सब्सक्राइब कीजिए सर्व संध्या दरबार के ऑफिशियल यूट्यूब चैनल को। मालिक जी के सत्संग की वीडियो सबसे पहले अपने मोबाइल आईपैड पर देखने के लिए सब्सक्राइब बटन दबाते समय बेल आइकन प्रेस करें और साथ में ऑल नोटिफिकेशन को भी ऑन करें। जय माता दी। ਜਦੋਂ ਮੌਕਾ ਮਿਲੇ, ਜਦੋਂ ਸਮਾਂ ਮਿਲੇ, ਸਤਸੰਗ 'ਚ ਜ਼ਰੂਰ ਬੈਠੋ, ਸਤਸੰਗ ਨੂੰ ਜ਼ਰੂਰ ਸੁਣੋ, ਸਤਸੰਗ ਨੂੰ ਜ਼ਰੂਰ ਸਮਝੋ, ਕਿਉਂਕਿ ਸਮਝਣ ਦੇ ਨਾਲ ਹੀ ਸਾਡਾ ਅਗਿਆਨ ਦੂਰ ਹੁੰਦਾ ਹੈ ਔਰ ਸਾਨੂੰ ਉਸ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਜਿਹੜਾ ਗਿਆਨ ਸਾਨੂੰ ਆਨੰਦ ਤੱਕ ਲੈ ਕੇ ਜਾਂਦਾ ਹੈ। ਉਹ ਪਰਮ ਪਿਤਾ ਪਰਮਾਤਮਾ ਤੱਕ ਲੈ ਕੇ ਜਾਂਦਾ ਹੈ ਜਿੱਥੇ ਸਾਰੀਆਂ ਖੁਸ਼ੀਆਂ ਮੌਜੂਦ ਹੈ। ਇਸ ਲਈ ਜੇ ਖੁਸ਼ੀਆਂ ਨੂੰ ਪਾਣਾ ਹੈ, ਕਾਮਯਾਬੀ ਸਫਲਤਾ ਨੂੰ ਪਾਣਾ ਹੈ ਤਾਂ ਅਗਿਆਨਤਾ ਦੇ ਨਾਲ ਨਹੀਂ, ਅਸੀਂ ਗਿਆਨ ਦੇ ਨਾਲ ਜੁੜ ਕੇ ਹੀ ਉਹਨੂੰ ਸਮਝ ਸਕਦੇ ਹਾਂ ਔਰ ਜਿਹੜੀ ਚੀਜ਼ ਸਮਝ ਆ ਜਾਂਦੀ ਹੈ ਉਹ ਇਨਸਾਨ ਪ੍ਰਾਪਤ ਵੀ ਕਰ ਲੈਂਦਾ ਹੈ। ਜਿੱਦਾਂ ਇਹਨੂੰ ਆਸਾਨ ਭਾਸ਼ਾ 'ਚ ਸਮਝੀਏ ਕਿ ਜਿਹਨੂੰ ਖਾਣਾ ਬਣਾਉਣ ਦੀ ਸਮਝ ਆ ਗਈ ਨਾ, ਉਹ ਖਾਣਾ ਬਣਾ ਵੀ ਸਕਦਾ ਹੈ ਤਾਂ ਖਾ ਕੇ ਆਪਣੀ ਭੁੱਖ ਮਿਟਾ ਵੀ ਸਕਦਾ ਹੈ, ਕਿਉਂਕਿ ਜਿਹੜੀ ਚੀਜ਼ ਦੀ ਸਾਨੂੰ ਸਮਝ ਆ ਜਾਂਦੀ ਹੈ ਉਹ ਕਰਨੀ ਸਾਡੇ ਵਾਸਤੇ ਬੜੀ ਸੌਖੀ ਹੋ ਜਾਂਦੀ ਹੈ। ਹੁਣ ਇੱਕ ਇਨਸਾਨ ਨੇ ਕਦੀ ਗੱਡੀ ਨਹੀਂ ਚਲਾਈ, ਉਹਨੂੰ ਚਾਬੀ ਦੇ ਦਿਓ ਤਾਂ ਉਹਨਾਂ ਚਾਬੀ ਫੜ ਕੇ ਕੰਬਣਾ ਲੱਗ ਜਾਣਾ, ਮੇਰੇ ਤੋਂ ਨਹੀਂ ਚੱਲਦੀ ਭਾਈ, ਮੈਨੂੰ ਸਮਝ ਹੀ ਹੈ ਨਹੀਂ ਚਲਾਣੀ ਕਿੱਦਾਂ। ਤਾਂ ਜਿਹਨੂੰ ਸਮਝ ਹੈ ਚਲਾਉਣ ਦੀ, ਤੁਸੀਂ ਚਾਬੀ ਤੋਂ ਖੁਸ਼ ਰਹਿ, ਲੈ ਵੀ ਅੱਜ ਮੈਨੂੰ ਮੌਕਾ ਮਿਲਿਆ ਚਲਾਉਣ ਦਾ, ਲੈ ਮੈਂ ਚਲਾਉਂਦਾ ਹਾਂ। ਬਲਕਿ ਕਈ ਵਾਰ ਜਿਹਨਾਂ ਨੂੰ ਚਲਾਣੀ ਆਉਂਦੀ, ਦੇਖਿਆ ਘਰ 'ਚ ਦੋ ਬੱਚੇ ਹੋਣ, ਦੋਨਾਂ ਨੂੰ ਗੱਡੀ ਚਲਾਣੀ ਆਉਂਦੀ ਹੈ ਤਾਂ ਮਾਤਾ ਪਿਤਾ ਨੇ ਜਾਣਾ ਵੀ ਦੋਨੇ ਲੜਨਗੇ, ਮੈਂ ਚਲਾਣੀ ਹੈ, ਮੈਨੂੰ ਦਿਓ, ਮੈਨੂੰ ਚਾਬੀ ਦਿਓ, ਕਿਉਂਕਿ ਜਿਹੜੀ ਚੀਜ਼ ਦੀ ਬੰਦੇ ਨੂੰ ਸਮਝ ਆ ਜਾਂਦੀ ਹੈ ਉਹ ਕੰਮ ਕਰਨਾ ਉਹਦੇ ਵਾਸਤੇ ਬੜਾ ਆਸਾਨ ਹੋ ਜਾਂਦਾ ਹੈ। ਹੁਣ ਇਹ ਗੱਲ ਤੁਹਾਨੂੰ ਕਿਉਂ ਕਹਿ ਰਹੇ ਹਾਂ? ਇਹ ਇਸ ਲਈ ਸਮਝਾ ਰਹੇ ਹਾਂ ਕਿ ਅਸੀਂ ਜਦੋਂ ਸਮਝ ਲਿਆ ਤਾਂ ਸਾਡੇ ਅੰਦਰ ਜਿਹੜਾ ਪਰਮਾਨੰਦ ਛੁਪਿਆ ਹੈ ਉਹਨੂੰ ਪ੍ਰਾਪਤ ਕਰਨਾ ਵੀ ਸਾਡੇ ਵਾਸਤੇ ਬੜਾ ਸੌਖਾ ਹੋ ਜਾਏਗਾ। ਗੱਲ ਤਾਂ ਸਾਰੀ ਸਮਝਦੀ ਹੈ ਔਰ ਜਦੋਂ ਤੱਕ ਸਾਨੂੰ ਉਹਦੀ ਸਮਝ ਹੀ ਨਹੀਂ ਆਏਗੀ ਉਦੋਂ ਤੱਕ ਅਸੀਂ ਜਿੰਨੀਆਂ ਮਰਜ਼ੀ ਬਾਹਰ ਟੱਕਰਾਂ ਮਾਰੀ ਜਾਈਏ, ਜਿੰਨੇ ਮਰਜ਼ੀ ਬਾਹਰ ਰੋਲੇ ਪਾਈ ਜਾਈਏ, ਉਦੋਂ ਤੱਕ ਸਾਨੂੰ ਉਹ ਆਨੰਦ ਨਹੀਂ ਮਿਲੇਗਾ। ਤਾਂ ਹੀ ਤਾਂ ਗੁਰੂਆਂ ਰਹਿਬਰਾਂ ਨੇ ਵੀ ਜਾਂ ਬੁੱਲੇ ਸ਼ਾਹ ਨੇ ਵੀ ਆਪਣੇ ਕਲਾਮ 'ਚ ਕਈ ਵਾਰ ਕਿਹਾ ਕਿ ਚਾਹੇ ਗੰਗਾ ਜਾ ਕੇ ਨਹਾ ਲੈ, ਚਾਹੇ ਮੱਕੇ ਤੂੰ ਹੱਜ ਕਰ ਲੈ, ਚਾਹੇ ਤੂੰ ਕੁਛ ਵੀ ਕਰ ਲੈ, ਏਦਾਂ ਰੱਬ ਨਹੀਂ ਮਿਲਣਾ। ਰੱਬ ਕਦੋਂ ਮਿਲਣਾ? ਜਦੋਂ ਆਪਣੇ ਆਪ ਨੂੰ ਜਾਣੇਗਾ, ਕਿਉਂਕਿ ਰੱਬ ਤਾਂ ਤੇਰੇ ਅੰਦਰ ਹੈ। ਅੱਜ ਇਨਸਾਨ ਸਮਝਦਾ ਨਹੀਂ ਹੈ, ਇਸੇ ਲਈ ਇਨਸਾਨ ਦੁਖੀ ਹੈ, ਇਸੇ ਲਈ ਇਨਸਾਨ ਪਰੇਸ਼ਾਨ ਹੈ। ਅੱਜ ਇਨਸਾਨ ਦੀ ਹਾਲਤ ਉਹ ਸ਼ਰਾਬੀ ਵਾਲੀ ਹੈ ਕਿ ਜਿਹਦੀ ਘਟਨਾ ਥੋੜੀ ਦੱਸਣਾ ਚਾਹਾਂਗੇ ਕਿ ਇੱਕ ਵਾਰ ਇੱਕ ਮੁਸਾਫਿਰ ਆਪਣੇ ਘੋੜੇ ਤੇ ਸਵਾਰ ਹੋ ਕੇ ਕਿਤੇ ਯਾਤਰਾ ਕਰ ਰਿਹਾ ਸੀ। ਯਾਤਰਾ ਕਰਦੇ ਕਰਦੇ ਇੱਕ ਮੁਹੱਲੇ 'ਚ ਹੀ ਗੁਜ਼ਰਿਆ। ਉਹ ਮੁਹੱਲਾ ਸੀ ਸ਼ਰਾਬੀਆਂ ਦਾ ਮੁਹੱਲਾ। ਕਿਹੜਾ ਮੁਹੱਲਾ ਸੀ? ਸ਼ਰਾਬੀਆਂ ਦਾ ਮੁਹੱਲਾ। ਤਕਰੀਬਨ ਉੱਥੇ ਸ਼ਰਾਬੀ ਸਾਰੇ ਰਹਿੰਦੇ ਸੀ। ਹੁਣ ਜਦੋਂ ਮੁਸਾਫਿਰ ਉੱਥੋਂ ਦੀ ਗੁਜ਼ਰਿਆ ਤਾਂ ਉਸ ਮੁਹੱਲੇ ਵਿੱਚ ਦੇਖਿਆ ਕਿ ਜਗ੍ਹਾ ਜਗ੍ਹਾ ਸ਼ਰਾਬ ਵਿਕ ਰਹੀ ਹੈ, ਜਗ੍ਹਾ ਜਗ੍ਹਾ ਸ਼ਰਾਬੀ ਸ਼ਰਾਬ ਪੀ ਰਹੇ ਹੈ। ਤਾਂ ਉਹਦੇ ਮਨ 'ਚ ਆਇਆ, ਚਲੋ ਭਾਈ ਅਸੀਂ ਵੀ ਪੀ ਲਈਏ। ਹੁਣ ਕਹਿੰਦੇ ਘੋੜਾ ਇੱਕ ਪਾਸੇ ਬੰਨਿਆ ਇੱਕ ਦੁਕਾਨ ਦੇ ਨਾਲ, ਦੁਕਾਨ ਦੇ ਕੋਲ ਉਤਰਿਆ, ਬਹਿ ਕੇ ਸ਼ਰਾਬ ਪੀ ਲਈ। ਸ਼ਰਾਬ ਸਸਤੀ ਸੀ ਇਸ ਲਈ ਜ਼ਿਆਦਾ ਪੀ ਲਈ। ਜਦੋਂ ਜ਼ਿਆਦਾ ਪੀ ਲਈ ਸ਼ਰਾਬ ਤਾਂ ਹੁਣ ਉਹਨੂੰ ਹੋਇਆ ਕਿ ਬਹੁਤ ਪੀ ਲਈ। ਹੁਣ ਜਿੱਦਾਂ ਬੰਦਾ ਕਈ ਵਾਰ ਯਾਤਰਾ ਜਾਂਦਾ, ਕਹਿੰਦਾ ਭੁੱਖ ਲੱਗੀ, ਰੋਟੀ ਖਾ ਲਈਏ, ਖਾਣ ਤੋਂ ਬਾਅਦ ਹੁਣ ਬੰਦਾ ਕਹਿੰਦਾ ਚਲੀਏ ਆਪਣੇ ਸਫ਼ਰ ਤੇ। ਉਹਨਾਂ ਵੀ ਕਿਹਾ ਹੁਣ ਜਿੰਨੀ ਪੀਣੀ ਸੀ ਪੀ ਲਈ, ਹੁਣ ਚਲੀਏ ਕਹਿ ਕੇ ਤੁਰ ਪਿਆ। ਹੁਣ ਤਾਂ ਸਮਝਣਾ ਜ਼ਰਾ ਸਾਰੇ ਜੀਵਾਂ ਨੇ। ਹੁਣ ਕਹਿੰਦੇ ਐ ਘੋੜੇ ਨੂੰ ਲਿਆ, ਬੈਠਾ, ਤੁਰ ਪਿਆ। ਪਰ ਜਦੋਂ ਤੁਰਿਆ ਤਾਂ ਕਹਿੰਦੇ ਰੋਣ ਲੱਗ ਗਿਆ, ਉੱਚੀ ਉੱਚੀ। ਤਾਂ ਕਿਸੇ ਨੇ ਪੁੱਛਿਆ, ਸ਼ਰਾਬੀ ਨੇ ਪੁੱਛਿਆ ਕਿਉਂ ਰੋ ਰਿਹਾ ਹੈ? ਉਹ ਕਹਿੰਦਾ ਮੇਰਾ ਘੋੜਾ ਕਿੱਥੇ ਹੈ? ਮੈਨੂੰ ਪਤਾ ਨਹੀਂ ਮੇਰਾ ਘੋੜਾ ਕਿੱਥੇ ਹੈ, ਮੇਰਾ ਘੋੜਾ ਕਿੱਥੇ ਚਲਾ ਗਿਆ? ਸ਼ਰਾਬੀ ਨੇ ਕਿਹਾ ਅੱਛਾ ਘੋੜਾ ਸ਼ਾਇਦ ਉੱਥੇ ਨਾ ਹੋਵੇ, ਉੱਧਰ ਜਾ ਕੇ ਦੇਖ। ਉਹ ਉੱਧਰ ਤੁਰ ਪਿਆ, ਉੱਧਰ ਦੇਖਿਆ ਕਿਤੇ ਘੋੜਾ ਹੈ ਨਹੀਂ। ਫਿਰ ਰੋ ਰਿਹਾ ਹੈ। ਕਿਸੇ ਹੋਰ ਨੇ ਪੁੱਛਿਆ ਕਿਉਂ ਰੋ ਰਿਹਾ ਹੈ? ਉਹ ਕਹਿੰਦਾ ਮੇਰਾ ਘੋੜਾ ਪਤਾ ਨਹੀਂ ਕਿੱਥੇ ਚਲਾ ਗਿਆ, ਮੇਰਾ ਘੋੜਾ ਨਹੀਂ ਮਿਲ ਰਿਹਾ। ਤਾਂ ਕਿਸੇ ਨੇ ਕਿਹਾ ਭਾਈ ਇੱਧਰ ਦੇਖ ਜਾ ਕੇ, ਸ਼ਾਇਦ ਉੱਥੇ ਨਾ ਹੋਵੇ। ਹੁਣ ਉਹਨੂੰ ਉੱਧਰ ਤੋੜ ਦਿੱਤਾ। ਹੁਣ ਜਿੱਥੇ ਕੋਈ ਕਹਿ ਦਿੰਦਾ ਹੈ, ਕਿਉਂਕਿ ਅੱਗੇ ਵੀ ਸ਼ਰਾਬੀ ਹੈ ਤਾਂ ਆਪ ਵੀ ਸ਼ਰਾਬੀ ਹੈ, ਜਿੱਦਾਂ ਕੋਈ ਕਹਿ ਦਿੰਦਾ ਉੱਧਰ ਹੀ ਤੁਰ ਪੈਂਦਾ ਹੈ। ਪਰ ਫਿਰ ਰੋਂਦਾ ਹੈ, ਹਾਏ ਮੈਨੂੰ ਘੋੜਾ ਨਹੀਂ ਮਿਲ ਰਿਹਾ, ਮੈਂ ਇੱਥੇ ਵੀ ਲੱਭ ਲਿਆ, ਮੈਂ ਉੱਥੇ ਵੀ ਲੱਭ ਲਿਆ, ਮੈਨੂੰ ਕਿਤੇ ਘੋੜਾ ਮਿਲ ਹੀ ਨਹੀਂ ਰਿਹਾ। ਹੁਣ ਕਿਸੇ ਨੇ ਕਿਹਾ ਜੰਗਲ 'ਚ ਨਾ ਹੋਵੇ, ਕਿਤੇ ਜੰਗਲ 'ਚ ਨਾ ਚਲਾ ਗਿਆ ਹੋਵੇ। ਹੁਣ ਤੁਰ ਪਿਆ ਜੰਗਲ ਦੀ ਤਰਫ, ਰੋਂਦਾ ਰੋਂਦਾ, ਹਾਏ ਮੇਰਾ ਘੋੜਾ ਕਿੱਥੇ ਹੈ, ਮੇਰਾ ਘੋੜਾ ਕਿੱਥੇ ਹੈ। ਹੁਣ ਜਦੋਂ ਜੰਗਲ ਵੱਲ ਜਾ ਰਿਹਾ ਤਾਂ ਉਸ ਜੰਗਲ ਦੀ ਤਰਫੋਂ ਇੱਕ ਫਕੀਰ ਆ ਰਹੇ ਹੈ। ਫਕੀਰਾਂ ਨੇ ਜਦੋਂ ਉਹਨੂੰ ਦੇਖਿਆ ਰੋਂਦੇ ਨੂੰ, ਫਕੀਰਾਂ ਨੇ ਪੁੱਛਿਆ ਭਾਈ ਰੋ ਕਿਉਂ ਰਿਹਾ ਹੈ ਤੂੰ? ਉਹ ਕਹਿੰਦਾ ਮਹਾਰਾਜ ਮੇਰਾ ਘੋੜਾ ਪਤਾ ਨਹੀਂ ਕਿੱਥੇ ਚਲਾ ਗਿਆ, ਜਿੱਥੇ ਮੈਨੂੰ ਕਿਸੇ ਨੇ ਕਿਹਾ ਮੈਂ ਉੱਥੇ ਲੱਭਿਆ, ਜਿੱਥੇ ਮੈਨੂੰ ਕਿਸੇ ਨੇ ਦੱਸਿਆ ਮੈਂ ਉੱਥੇ ਤਲਾਸ਼ ਕੀਤੀ, ਪਰ ਮੇਰਾ ਘੋੜਾ ਨਹੀਂ ਮੈਨੂੰ ਮਿਲ ਰਿਹਾ।
ਪਤਾ ਨਹੀਂ ਮੇਰਾ ਘੋੜਾ ਕਿੱਥੇ। ਹੁਣ ਕਿਸੇ ਨੇ ਕਿਹਾ ਜੰਗਲ 'ਚ ਹੋਣਾ, ਤਾਂ ਮੈਂ ਜੰਗਲ ਨੂੰ ਜਾ ਰਿਹਾ ਹਾਂ। ਫਕੀਰ ਕਹਿੰਦੇ ਘੋੜਾ ਚਾਹੀਦਾ ਹੈ? ਉਹ ਕਹਿੰਦਾ ਜੀ ਹਾਂ। ਕਹਿੰਦੇ ਰੁਕ। ਹੁਣ ਉਹ ਰੁਕਿਆ। ਫਕੀਰ ਇੱਕ ਬੂਟੀ ਦੇ ਕੋਲ ਗਏ ਔਰ ਉਹ ਬੂਟੀ ਦੇ ਕੁਝ ਪੱਤੇ ਲਏ, ਉਹਨੂੰ ਪੀਸਿਆ ਔਰ ਪੀਸ ਕੇ ਉਹਨੂੰ ਕਹਿੰਦੇ ਲੈ ਆ ਪੱਤੇ ਖਾ। ਹੁਣ ਜਦੋਂ ਬੂਟੀ ਦੇ ਪੱਤੇ ਉਹਨਾਂ ਖਾਦੇ, ਜਦੋਂ ਖਾਦੇ ਬੂਟੀ ਦੇ ਪੱਤੇ, ਤਾਂ ਉਹ ਬੂਟੀ ਐਸੀ ਸੀ ਜਿਹਨੂੰ ਖਾਣ ਦੇ ਨਾਲ ਉਹਦਾ ਸਾਰਾ ਨਸ਼ਾ ਉਤਰ ਗਿਆ। ਜਿਹਨੂੰ ਖਾਣ ਨਾਲ ਉਹਦਾ ਨਸ਼ਾ ਉਤਰ ਗਿਆ। ਜਦੋਂ ਨਸ਼ਾ ਉਤਰਿਆ, ਫਕੀਰ ਕਹਿੰਦੇ ਕੀ ਤਲਾਸ਼ ਕਰ ਰਿਹਾ ਹੈ? ਕਹਿੰਦਾ ਮਹਾਰਾਜ ਘੋੜਾ। ਫਕੀਰ ਕਹਿੰਦੇ ਕਿੱਥੇ ਆ ਘੋੜਾ? ਕਹਿੰਦਾ ਘੋੜਾ ਤਾਂ ਮੇਰੇ ਥੱਲੇ ਹੈ। ਕਿਉਂਕਿ ਘੋੜੇ ਉੱਪਰ ਹੀ ਤੋਂ ਬੈਠਾ ਸੀ। ਹੁਣ ਘੋੜੇ ਉੱਪਰ ਹੀ ਬੈਠਾ ਸੀ, ਘੋੜਾ ਉਹਦੇ ਥੱਲੇ ਸੀ, ਪਰ ਫਿਰ ਵੀ ਲੱਭ ਰਿਹਾ ਸੀ, ਕਿਉਂਕਿ ਸ਼ਰਾਬ ਇੰਨੀ ਪੀ ਲਈ, ਨਸ਼ਾ ਇੰਨਾ ਹੋ ਗਿਆ ਕਿ ਉਹਨੂੰ ਇੰਨੀ ਬੇਹੋਸ਼ੀ ਹੋ ਗਈ ਕਿ ਪਤਾ ਹੀ ਨਹੀਂ ਮੈਂ ਕਰ ਕੀ ਰਿਹਾ ਹੈ। ਜਿੱਦਾਂ ਕਈ ਵਾਰ ਤੁਸੀਂ ਦੇਖਿਆ ਨਾ, ਸ਼ਰਾਬੀ ਇੰਨਾ ਸ਼ਰਾਬ ਪੀ ਲੈਂਦਾ ਹੈ ਕਿ ਜੇ ਜੁੱਤੀ ਵੀ ਪਾਣੀ ਹੋਵੇ ਤਾਂ ਪੈਰਾਂ 'ਚ ਪੈਂਦੀ ਨਹੀਂ ਹੈ। ਜੇ ਤੁਰਨਾ ਵੀ ਹੈ ਤਾਂ ਇਦਾਂ ਤੁਰੇਗਾ ਜਿੱਦਾਂ ਹੁਣ ਗਿਰਿਆ ਔਰ ਫਿਰ ਗਿਰੇਗਾ ਵੀ ਇਦਾਂ ਦੀ ਜਗ੍ਹਾ ਜਿੱਥੇ ਤੁਹਾਨੂੰ ਪਤਾ ਹੀ ਹੈ ਗੰਦਗੀ ਹੁੰਦੀ ਹੈ। ਕੋਈ ਨਾਲੀਆਂ 'ਚ ਗਿਰਿਆ ਹੈ, ਕਿਸੇ ਦਾ ਕੁੱਤੇ ਮੂੰਹ ਚੱਟਦੇ ਹੈ, ਕਿਤੇ ਕੁਛ ਹੁੰਦਾ ਹੈ, ਕਿਤੇ ਕੁਛ ਹੁੰਦਾ। ਉਹ ਕੀ ਫਾਇਦਾ ਉਹ ਨਸ਼ਾ ਕਰਨ ਦਾ ਕਿ ਆਪਣੇ ਤਨ ਨੂੰ ਵੀ ਅਸੀਂ ਗਵਾ ਲਈਏ। ਪਰਿਵਾਰ ਨੂੰ ਕੀ ਸੰਭਾਲਾਂਗੇ? ਖੁਸ਼ੀਆਂ ਨੂੰ ਕੀ ਸੰਭਾਲਾਂਗੇ? ਆਨੰਦ ਨੂੰ ਕੀ ਸੰਭਾਲਾਂਗੇ? ਆਨੰਦ ਨੂੰ, ਖੁਸ਼ੀਆਂ ਨੂੰ ਜਾਂ ਆਪਣੇ ਪਰਿਵਾਰ ਨੂੰ ਸੰਭਾਲਣ ਵਾਸਤੇ ਇਨਸਾਨ ਦਾ ਹੋਸ਼ ਵਿੱਚ ਹੋਣਾ ਔਰ ਮਜ਼ਬੂਤ ਹੋਣਾ ਬਹੁਤ ਹੀ ਜ਼ਰੂਰੀ ਹੈ। ਪਰ ਇੱਥੇ ਅਸੀਂ ਗੱਲ ਕੀ ਦੱਸਣਾ ਚਾਹੁੰਦੇ ਹਾਂ ਕਿ ਇਹ ਮਿਸਾਲ ਇਸ ਲਈ ਦਿੱਤੀ ਕਿ ਜਿੱਦਾਂ ਘੋੜਾ ਉਹਦੇ ਥੱਲੇ ਹੀ ਸੀ, ਯਾਨੀ ਘੋੜੇ ਤੇ ਉਹ ਬੈਠਾ ਸੀ, ਪਰ ਫਿਰ ਵੀ ਇੰਨਾ ਨਸ਼ਾ ਸੀ ਜਾਂ ਕਹਿ ਲਓ ਅਗਿਆਨਤਾ ਸੀ, ਨਾ ਸਮਝੀ ਸੀ ਕਿ ਆਪਣੇ ਘੋੜੇ ਨੂੰ ਤਲਾਸ਼ ਕਰ ਰਿਹਾ ਸੀ। ਜੇ ਕਿਸੇ ਨੇ ਕਹਿਤਾ ਇੱਥੇ ਲੱਭ ਲੈ, ਉੱਥੇ ਚਲਾ ਗਿਆ। ਕਿਸੇ ਨੇ ਕਹਿਤਾ ਉੱਥੇ ਲੱਭ ਲੈ, ਉੱਥੇ ਚਲਾ ਗਿਆ। ਕਿਸੇ ਨੇ ਕਹਿਤਾ ਜੰਗਲ ਚਲਾ ਜਾ, ਉੱਥੇ ਤੁਰ ਪਿਆ। ਹੁਣ ਜੇ ਇਨਸਾਨ ਆਪਣੀ ਜ਼ਿੰਦਗੀ ਨੂੰ ਵੀ ਦੇਖੇ ਤਾਂ ਇਨਸਾਨ ਦੇ ਹਾਲਾਤ ਵੀ ਜਾਂ ਇਨਸਾਨ ਦੀ ਹਾਲਤ ਵੀ ਉਹ ਸ਼ਰਾਬੀ ਵਾਲੀ ਹੈ। ਹੁਣ ਬੰਦਾ ਕਹਿੰਦਾ ਮੈਂ ਬੜਾ ਦੁਖੀ ਹਾਂ। ਅੱਛਾ, ਬੜਾ ਦੁਖੀ ਹਾਂ? ਉਹ ਜਾ ਫਲਾਣੇ ਗ੍ਰਹਿ ਦੀ ਪੂਜਾ ਕਰ ਲੈ, ਉਹ ਫਲਾਨੀ ਜਗ੍ਹਾ ਚਲਾ ਜਾ। ਔਰ ਬੰਦਾ ਤੁਰ ਪੈਂਦਾ ਹੈ ਉੱਥੇ। ਫਿਰ ਕਹਿੰਦਾ ਕਰ ਲਿਆ ਮੈਂ, ਸੁੱਖ ਫੇਰ ਨਹੀਂ ਮਿਲਿਆ। ਉੱਥੇ ਵੀ ਲੱਭ ਲਿਆ, ਖੁਸ਼ੀ ਤਾਂ ਨਹੀਂ ਮਿਲੀ। ਆ ਫਲਾਨੀ ਜਗ੍ਹਾ ਚਲਾ ਜਾ, ਆਹ ਟੂਣਾ ਟੋਟਕਾ ਕਰ ਲਾ, ਉਹ ਮੈਂ ਸਾਰੇ ਕੁਝ ਕਰਕੇ ਦੇਖ ਲਿਆ, ਜਿੱਦਾਂ ਕਿਸੇ ਨੇ ਦੱਸਿਆ ਮੈਂ ਕਰਕੇ ਦੇਖ ਲਿਆ, ਪਰ ਮੈਨੂੰ ਖੁਸ਼ੀ ਨਹੀਂ ਮਿਲੀ। ਹੁਣ ਮਿਲੇਗੀ ਕਿੱਦਾਂ? ਕਿਉਂਕਿ ਖੁਸ਼ੀ ਪਰਮਾਨੰਦ ਕਿਤੇ ਬਾਹਰ ਨਹੀਂ ਹੈ। ਖੁਸ਼ੀ ਪਰਮਾਨੰਦ ਯਾਨੀ ਪਰਮਾਤਮਾ ਹੈ ਤੁਹਾਡੇ ਅੰਦਰ। ਫਿਰ ਜਦੋਂ ਸਾਨੂੰ ਸੱਚੇ ਸੰਤ ਫਕੀਰ ਮਿਲਦੇ ਹੈ, ਉਹ ਸਾਨੂੰ ਸ਼ਬਦ ਦੀ, ਗਿਆਨ ਦੀ ਬੂਟੀ ਦਿੰਦੇ ਹੈ। ਜਿੱਦਾਂ ਫਕੀਰਾਂ ਨੇ ਬੂਟੀ ਲਈ, ਉਹ ਪੱਤੇ ਪੀਸ ਕੇ ਉਹਨੂੰ ਖਿਲਾਏ, ਹੋਸ਼ ਆਈ ਕਿ ਜਿਸ ਘੋੜੇ ਨੂੰ ਮੈਂ ਤਲਾਸ਼ ਕਰ ਰਿਹਾ, ਘੋੜਾ ਤਾਂ ਮੇਰੇ ਥੱਲੇ ਹੀ ਹੈ, ਯਾਨੀ ਮੇਰੇ ਕੋਲ ਹੀ ਹੈ। ਮੈਂ ਪਾਗਲ ਕਿੱਥੇ ਲੱਭ ਰਿਹਾ ਸੀ? ਇਸੇ ਤਰ੍ਹਾਂ ਜਦੋਂ ਸੰਤ ਬੂਟੀ ਦਿੰਦੇ ਆ ਗਿਆਨ ਦੀ, ਫਿਰ ਸਾਨੂੰ ਸਮਝ ਆਉਂਦੀ ਹੈ ਕਿ ਜਿਸ ਸੁੱਖ ਨੂੰ, ਜਿਸ ਆਨੰਦ ਨੂੰ, ਜਿਸ ਸ਼ਾਂਤੀ ਨੂੰ ਅਸੀਂ ਬਾਹਰ ਲੱਭਦੇ ਸੀ, ਉਹ ਆਨੰਦ, ਉਹ ਸੁੱਖ, ਸ਼ਾਂਤੀ ਤਾਂ ਸਾਡੇ ਕੋਲ ਹੀ ਸੀ, ਪਰ ਅਸੀਂ ਆਪਣੀ ਬੇਹੋਸ਼ੀ ਵਿੱਚ ਉਹਨੂੰ ਸਮਝ ਹੀ ਨਹੀਂ ਪਾਏ। ਇਸ ਲਈ ਸਮਝਣਾ ਜ਼ਰਾ ਸਾਰਿਆਂ ਨੇ। ਇਸ ਲਈ ਜੇ ਤੁਹਾਨੂੰ ਵੀ ਜੀਵਨ 'ਚ ਖੁਸ਼ੀ ਚਾਹੀਦੀ ਹੈ, ਜੀਵਨ 'ਚ ਆਨੰਦ ਚਾਹੀਦਾ ਹੈ, ਜੀਵਨ 'ਚ ਸ਼ਾਂਤੀ ਚਾਹੀਦੀ ਹੈ, ਤਾਂ ਉਹ ਸ਼ਾਂਤੀ, ਉਹ ਆਨੰਦ, ਉਹ ਖੁਸ਼ੀ ਬਾਹਰ ਤਲਾਸ਼ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਕਿਤੇ ਬਾਹਰੋਂ ਨਹੀਂ ਮਿਲਣੀ। ਉਹ ਸਭ ਕੁਝ ਤੁਹਾਡੇ ਅੰਦਰ ਹੀ ਹੈ। ਬਸ ਜ਼ਰੂਰਤ ਹੈ ਉਹ ਯੁਕਤੀ ਰੂਪੀ ਬੂਟੀ ਦੀ, ਜਿਹਨੂੰ ਪ੍ਰਾਪਤ ਕਰਕੇ ਅਸੀਂ ਇਹ ਜਾਣ ਲਈਏ, ਸਮਝ ਲਈਏ। ਜਿੱਦਾਂ ਫਕੀਰਾਂ ਨੇ ਉਹ ਸ਼ਰਾਬੀ ਨੂੰ ਬੂਟੀ ਦਿੱਤੀ, ਹੋਸ਼ ਆ ਗਿਆ। ਫਕੀਰ ਕਹਿੰਦੇ ਕਿੱਥੇ ਘੋੜਾ? ਕਹਿੰਦਾ ਮਾਰੇ ਮੇਰੇ ਕੋਲ ਹੀ ਹੈ। ਹੁਣ ਪਹਿਲਾਂ ਇਹੀ ਬੰਦਾ ਇੱਧਰ ਉੱਧਰ ਲੱਭ ਰਿਹਾ ਸੀ ਬੇਹੋਸ਼ੀ ਵਿੱਚ, ਹੁਣ ਹੋਸ਼ ਆਈ ਤਾਂ ਕਹਿੰਦਾ ਮੇਰੇ ਕੋਲ ਹੀ ਹੈ। ਇਸੇ ਤਰ੍ਹਾਂ ਜਦੋਂ ਸਾਨੂੰ ਗਿਆਨ ਮਿਲਦਾ ਹੈ, ਉਹ ਯੁਕਤੀ ਰੂਪੀ ਬੂਟੀ ਮਿਲਦੀ ਹੈ, ਤਾਂ ਫਿਰ ਬੰਦਾ ਵੀ ਕਹਿੰਦਾ ਲੈ, ਜਿਸ ਸੁੱਖ ਨੂੰ ਮੈਂ ਚਾਰੋਂ ਪਾਸੇ ਲੱਭ ਰਿਹਾ ਸੀ, ਆ ਵੀ ਕਰਕੇ ਦੇਖ ਲਿਆ, ਉਹ ਵੀ ਕਰਕੇ ਦੇਖ ਲਿਆ, ਨਹੀਂ ਮਿਲਿਆ, ਪਰ ਆ ਯੁਕਤੀ ਲੈਂਦਿਆਂ ਹੀ ਮੈਨੂੰ ਪਤਾ ਲੱਗ ਗਿਆ ਕਿ ਉਹ ਤਾਂ ਮੇਰੇ ਕੋਲ ਹੀ ਹੈ, ਉਹ ਸੁੱਖ ਤਾਂ ਮੇਰੇ ਨਾਲ ਹੀ ਹੈ। ਇਸ ਲਈ ਸਮਝਣਾ ਸਾਰਿਆਂ ਨੇ। ਹੁਣ ਇਹੀ ਯੁਕਤੀ ਨੂੰ ਥੋੜਾ ਜਿਹਾ ਸਮਝਣਾ ਹੈ। ਇਸ ਲਈ ਇੱਕ ਗੱਲ ਕਹਿਣੀ ਚਾਹਾਂਗੇ ਕਿ ਚਮਤਕਾਰ ਕਿਤੇ ਬਾਹਰ ਨਹੀਂ ਹੁੰਦੇ, ਚਮਤਕਾਰ ਜਦ ਵੀ ਹੁੰਦੇ ਐ ਇਨਸਾਨ ਦੇ ਅੰਦਰ ਹੁੰਦੇ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਇਨਸਾਨ ਹਮੇਸ਼ਾ ਬਾਹਰ ਹੀ ਲੱਭਦਾ ਫਿਰਦਾ ਕੋਈ ਚਮਤਕਾਰ ਹੋ ਜਾਵੇ। ਸਭ ਤੋਂ ਬੜਾ ਚਮਤਕਾਰ ਤਾਂ ਇਨਸਾਨ ਦੇ ਅੰਦਰ ਹੀ ਬੈਠਾ ਹੈ। ਕਿਹੜਾ ਚਮਤਕਾਰ ਹੈ ਉਹ? ਜਿਹਨੂੰ ਅਸੀਂ ਪਰਮਾਨੰਦ ਕਹਿੰਦੇ ਆ, ਪਰਮਾਤਮਾ ਕਹਿੰਦੇ ਆ। ਬਸ ਉਸ ਚਮਤਕਾਰ ਨੂੰ ਜਾਣਿਆ ਕਿੱਦਾਂ ਜਾਵੇ, ਉਹਦੀ ਤਾਂ ਯੁਕਤੀ ਹੁੰਦੀ ਹੈ। ਇਸ ਲਈ ਅਗਰ ਤੁਹਾਨੂੰ ਸਵਾਲ ਪੁੱਛੀਏ ਕਿ ਇਨਸਾਨ ਦੇ ਦੁੱਖਾਂ ਦਾ ਕਾਰਨ ਕੀ ਹੈ, ਇਨਸਾਨ ਦੁਖੀ ਕਿਉਂ ਹੈ, ਕਾਰਨ ਕੀ ਹੈ, ਤਾਂ ਹੈ ਕੋਈ ਜਵਾਬ? ਸ਼ਾਇਦ ਬੰਦਾ ਕਹੇ ਮੇਰੇ ਦੁੱਖਾਂ ਦਾ ਕਾਰਨ ਹੈ ਮੇਰੀ ਕਿਸਮਤ ਮਾੜੀ, ਮੇਰੇ ਦੁੱਖਾਂ ਦਾ ਕਾਰਨ ਹੈ ਉਹ ਗ੍ਰਹਿ ਮਾੜੇ ਹੈ,
ਮੇਰੇ ਦੁੱਖਾਂ ਦਾ ਕਾਰਨ ਆ ਮੇਰੇ ਗੁਆਂਢੀ ਹੈ ਜਿਹੜੇ ਕੋਈ ਜਾਦੂ ਟੂਣਾ ਕਰੀ ਜਾਂਦੇ ਆ, ਮੇਰੇ ਦੁੱਖਾਂ ਦਾ ਕਾਰਨ ਉਹ ਫਲਾਨਾ ਬੰਦਾ ਹੈ। ਯਾਨੀ ਹਮੇਸ਼ਾ ਜਦ ਵੀ ਕਾਰਨ ਪੁੱਛਿਆ ਜਾਵੇ ਤਾਂ ਇਨਸਾਨ ਆਪਣੀ ਕਮੀ ਨਹੀਂ ਦੇਖਦਾ, ਆਪਣੀਆਂ ਗਲਤੀਆਂ ਨਹੀਂ ਦੇਖਦਾ। ਜਦ ਵੀ ਇਨਸਾਨ ਦੁੱਖਾਂ ਦੇ ਕਾਰਨ ਨੂੰ ਲੱਭਦਾ ਹੈ ਤਾਂ ਬਾਹਰ ਲੱਭਦਾ ਹੈ, ਉਹਦੇ ਕਰਕੇ ਮੈਂ ਦੁਖੀ ਹਾਂ। ਔਰ ਜਦੋਂ ਮੈਂ ਉਹਦੇ ਕਰਕੇ ਦੁਖੀ ਹਾਂ ਤਾਂ ਅਸੀਂ ਕਦੀ ਸੁਖੀ ਹੋ ਹੀ ਨਹੀਂ ਪਾਵਾਂਗੇ। ਜਦੋਂ ਸਾਨੂੰ ਅਹਿਸਾਸ ਹੋਏਗਾ ਕਿ ਉਹਦੇ ਕਰਕੇ ਨਹੀਂ, ਮੈਂ ਦੁਖੀ ਹਾਂ ਆਪਣੇ ਕਰਕੇ, ਜਦੋਂ ਆਪਣੇ ਆਪ ਦੀ ਸਮਝ ਆਏਗੀ ਕਿ ਮੇਰੇ ਦੁੱਖ ਦਾ ਕਾਰਨ ਕੀ ਹੈ, ਜਦੋਂ ਉਹ ਚੀਜ਼ ਨੂੰ ਅਸੀਂ ਸਮਝ ਲਵਾਂਗੇ ਤਾਂ ਅੱਜ ਹੀ ਉਹ ਦੁੱਖ ਦੂਰ ਵੀ ਹੋ ਸਕਦਾ ਹੈ। ਕਿਉਂਕਿ ਜਦੋਂ ਤੱਕ ਕਵਾਂਗੇ ਉਹਦੇ ਕਰਕੇ ਦੁਖੀ ਹੈ ਤਾਂ ਉਹ ਹੁਣ ਬਦਲੇ ਨਾ ਬਦਲੇ, ਸਾਰੀ ਜ਼ਿੰਦਗੀ ਨਾ ਬਦਲੇ, ਤੁਸੀਂ ਸਾਰੀ ਜ਼ਿੰਦਗੀ ਦੁਖੀ ਰਹੋਗੇ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਬੰਦਾ ਕਹਿੰਦਾ ਹੈ ਇਹ ਰਸਤੇ 'ਚ ਕੰਡੇ ਬੜੇ ਐ, ਇਹ ਰਸਤੇ 'ਚ ਕੋਈ ਕੰਡਾ ਨਾ ਹੋਵੇ ਤਾਂ ਮੇਰਾ ਸਫ਼ਰ ਖੁਸ਼ੀਆਂ ਨਾਲ ਭਰਿਆ ਹੋਏਗਾ। ਹੁਣ ਇਦਾਂ ਕਦੀ ਹੋ ਹੀ ਨਹੀਂ ਸਕਦਾ ਕਿ ਰਸਤੇ 'ਚ ਕੋਈ ਕੰਡਾ ਨਾ ਹੋਵੇ। ਹੁਣ ਜੇ ਬੰਦਾ ਕਹੇ ਸਾਰੇ ਕੰਡੇ ਸਾਫ਼ ਕਰੋ ਤਾਂ ਫਿਰ ਤਾਂ ਬੰਦਾ ਕਦੀ ਸਫ਼ਰ ਕਰ ਹੀ ਨਹੀਂ ਪਾਏਗਾ, ਕਿਉਂਕਿ ਕਿੱਥੇ ਤੱਕ ਕੰਡੇ ਸਾਫ਼ ਕਰਾਂਗੇ। ਹੁਣ ਜਿਹੜਾ ਸਮਝਦਾਰ ਹੋਏਗਾ ਉਹ ਕਹੇਗਾ ਭਾਈ ਕੰਡੇ ਸਾਫ਼ ਕਰਨ ਦੀ ਕੀ ਲੋੜ ਹੈ, ਰਸਤੇ ਨੂੰ ਸਾਫ਼ ਕਰਨ ਦੀ ਕੀ ਲੋੜ ਹੈ, ਤੂੰ ਆਪਣੇ ਪੈਰਾਂ 'ਚ ਜੁੱਤੀ ਪਾ ਲੈ, ਆਪਣੇ ਪੈਰਾਂ 'ਚ ਮਜ਼ਬੂਤ ਜੁੱਤੀ ਪਾ ਲਾ, ਤੇ ਤੈਨੂੰ ਕੰਡਿਆਂ ਦੀ ਫਿਕਰ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਅੱਜ ਇਨਸਾਨ ਦੂਜਿਆਂ ਨੂੰ ਕਹਿੰਦਾ ਹੈ ਕਿ ਦੂਜਿਆਂ ਕਰਕੇ ਮੈਂ ਦੁਖੀ ਹਾਂ, ਤਾਂ ਇੱਕ ਗੱਲ ਯਾਦ ਰੱਖੋ, ਹੁਣ ਦੂਜਿਆਂ ਨੂੰ ਤੁਸੀਂ ਬਦਲ ਨਹੀਂ ਸਕਦੇ, ਪਰ ਤੁਸੀਂ ਆਪਣੇ ਆਪ ਨਾਲ ਕੁਝ ਐਸਾ ਕਰ ਸਕਦੇ ਹੋ ਕਿ ਤੁਹਾਡੇ ਜੀਵਨ 'ਚ ਆਨੰਦ ਆ ਜਾਵੇ, ਸ਼ਾਂਤੀ ਆ ਜਾਵੇ, ਕਿਸੇ ਦੀ ਗੱਲ ਦਾ ਕੋਈ ਅਸਰ ਤੁਹਾਡੇ ਤੇ ਹੋਵੇ ਹੀ ਨਾ। ਹੁਣ ਜਾਣਨਾ ਚਾਹੁੰਦੇ ਹੋ, ਉਹ ਯੁਕਤੀ ਜਾਣਨਾ ਚਾਹੁੰਦੇ ਹੋ?